ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਇਹੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਮਾ, ਮਨ ਕੀ ਮਨ ਹੀ ਮਾਹੇ ਰਹੀ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ ਰਹਾਉ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆ ਏ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਅਤੇ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਗੁਰੂ ਖਾਲਸਾ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ। ਭਗਤਾਂ ਦੇ ਜੋਗ ਹਾਂ ਵੱਡਿਆਂ ਭਾਗਾਂ ਕਰਕੇ ਵੱਡਿਆਂ ਦੇ ਸ਼ਹੀਦੀ ਪੁਰਬ ਮਨਾਉਣ ਦਾ ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਜੋ ਸਿੱਖ ਸੰਗਤਾਂ ਨੇ, ਗੁਰੂ ਕੇ ਸਿੱਖ ਪ੍ਰਚਾਰਕ ਵਿਦਵਾਨਾਂ ਨੇ ਮਨ ਦੇ ਅੰਦਰ ਦੀ ਵਿਚਾਰ ਬਣਾ ਕੇ ਕਿ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜਿੰਨੇ ਵੀ ਪਾਵਨ ਗੁਰਬਾਣੀ ਅੰਦਰ ਸ਼ਬਦ ਹਨ, ਉਹਨਾਂ ਦੀ ਲੜੀਵਾਰ ਵਿਚਾਰ ਕਰਕੇ ਆਪਣੇ ਹਿਰਦਿਆਂ ਦੇ ਅੰਦਰ ਵਸਾਈ ਜਾਵੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਅਸੀਸ ਨੂੰ ਪ੍ਰਾਪਤ ਕੀਤਾ ਜਾਵੇ। ਪਿਛਲੇ ਸਮਿਆਂ ਦੌਰਾਨ ਤੋਂ ਇਹ ਲੜੀ ਪ੍ਰਾਰੰਭ ਕੀਤੀ ਗਈ ਸੀ। ਰਾਗ ਸੋਰਠ ਦਾ ਅੱਜ ਦੂਸਰਾ ਸ਼ਬਦ ਹੈ, ਜਿਸ ਦੀ ਵਿਚਾਰ ਆਪਾਂ ਸਭ ਨੇ ਰਲ ਮਿਲ ਕਰਕੇ ਸਤਿਗੁਰੂ ਜੀ ਦੀ ਅਸੀਸ ਪ੍ਰਾਪਤ ਕਰਨੀ ਹੈ। ਆਓ ਸਤਿਗੁਰੂ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰੀਏ। ਇੱਕ ਵਾਰ ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਨਾਮਾ, ਮਨ ਕੀ ਮਨ ਹੀ ਮਾਹੇ ਰਹੀ। ਰਾਗ ਸੋਰਠ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਰੰਜਨੀ ਨੌਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਇੱਕ ਮਾਂ ਆਪਣੇ ਬੱਚਿਆਂ ਨੂੰ ਸਮਝਾਉਂਦੀ ਹੈ, ਇੱਕ ਬਾਪ ਆਪਣੇ ਬੱਚਿਆਂ ਨੂੰ ਤਾਕੀਦ ਕਰਦਾ ਹੈ ਆਪਣੇ ਵੱਲ ਨੂੰ ਇਸ਼ਾਰਾ ਕਰਕੇ, ਉਸੇ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ, ਜੋ ਸਾਡੇ ਸਾਰਿਆਂ ਦੇ ਸਰੀਰ ਅੰਦਰ ਮਨ ਹੈ, ਸਭ ਦੇ ਸਰੀਰਾਂ ਅੰਦਰ ਮਨ ਹੈ, ਇਹ ਮਨ ਨੂੰ ਸੰਬੋਧਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ, ਹੇ ਭਾਈ ਵੇਖੋ, ਸੰਸਾਰ ਦੇ ਵਿੱਚ
ਜਿਹੜੇ ਮਾਇਆ ਦੇ ਮਗਰ ਲੱਗੇ ਹੋਏ ਹਨ, ਮਾਇਆ ਦੇ ਵਿੱਚ ਗਰਸੇ ਹੋਏ ਹਨ, ਉਹਨਾਂ ਦੀ ਮੰਦਭਾਗਤਾ ਹੈ ਕਿ ਉਹਨਾਂ ਦੇ ਮਨ ਦੇ ਅੰਦਰ ਦੀ ਜਿਹੜੀ ਆਸ ਹੈ ਉਹ ਮਨ ਵਿੱਚ ਹੀ ਰਹਿ ਗਈ। ਕਿਉਂਕਿ ਵੱਡੇ ਵੱਡੇ ਜਿਹੜੇ ਰਾਜੇ ਹਨ, ਕਿੰਨੇ ਕਿੰਨੇ ਵੱਡੇ ਕਰੋੜਪਤੀ ਹਨ ਸੰਸਾਰ ਵਿੱਚ, ਜਿਵੇਂ ਗੁਰਬਾਣੀ ਦੇ ਬਚਨ ਵੀ ਆਉਂਦੇ ਹਨ ਕਿ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਕਿ ਰਾਵਣ ਵਰਗਿਆਂ ਦੇ ਕੋਲ ਸੋਨੇ ਦੀ ਲੰਕਾ ਬਣੀ ਹੈ, ਕਿੰਨਾ ਕੁਝ ਸਨਮਾਨ ਹੈ ਉਹਦੇ ਪਾਸ, ਪਰ ਆਖਰ ਕਹਿੰਦੇ ਉਹ ਕੁਝ ਵੀ ਲੈ ਕੇ ਨਹੀਂ ਗਿਆ ਸੰਸਾਰ ਵਿੱਚੋਂ। ਅਗਲਾ ਬਚਨ ਮਹਾਰਾਜ ਕਰਦੇ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਇਹ ਮਨੁੱਖਾ ਜਨਮ ਜਿਹੜਾ ਮਿਲਿਆ ਹੈ, ਮਨੁੱਖਾ ਦੇਹੀ ਜਿਹੜੀ ਇਹ ਪ੍ਰਾਪਤ ਹੋਈ ਹੈ, ਇਸ ਦੇਹੀ ਦੇ ਅੰਦਰ ਜਿਸ ਕਾਰਜ ਵਾਸਤੇ ਪਰਮੇਸ਼ਰ ਵਾਹਿਗੁਰੂ ਨੇ ਭੇਜਿਆ ਹੈ ਸੰਸਾਰ ਦੇ ਵਿੱਚ, ਕਿ ਪਰਮੇਸ਼ਰ ਵਾਹਿਗੁਰੂ ਦੇ ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਹਨ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਇਹ ਦੇਹੀ ਪ੍ਰਾਪਤ ਹੋਈ ਹੈ। ਇਹ ਨਹੀਂ ਕਿ ਇਹ ਦੇਹੀ ਦੇ ਇਕੱਲੀ ਵਿੱਚ ਹੀ ਸਿਮਰਨ ਹੋਣਾ ਹੈ, ਸਿਮਰਨ ਤਾਂ ਸਾਰੇ ਸਰੀਰ ਕਰਦੇ ਨੇ, ਸਾਰੀ ਸ੍ਰਿਸ਼ਟੀ ਕਰਦੀ ਹੈ, ਜਿੰਨੀ ਧਰਤੀ, ਆਕਾਸ਼, ਹਵਾ, ਅੱਗ, ਇਹ ਸਭ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਪਰ ਜਿਹੜਾ ਇਹ ਮਨੁੱਖਾ ਸਰੀਰ ਹੈ, ਇਸ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਆਖ ਕੇ ਇਸ ਸਰੀਰ ਦੀ ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਘਰ ਵਿੱਚ ਥਾਂ ਹੈ, ਉਹ ਬਹੁਤ ਉੱਚੀ ਥਾਂ ਲਿਖੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦੇ ਪ੍ਰਤੀ ਵਾਰ-ਵਾਰ ਇੱਥੇ ਬਚਨ ਕਰਦੇ ਹਨ, ਨਾ ਹਰ ਭਜੇ, ਨਾ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕੀਤਾ, ਨਾ ਤੀਰਥ ਸੇਵੇ, ਨਾ ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੀ ਸਿਫਤ ਸਲਾਹ, ਪਰਮੇਸ਼ਰ ਦੀ ਸੇਵਾ ਕੀਤੀ। ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਜਿਹੜੇ ਸੰਤ ਭਗਤ ਹਨ, ਜੋ ਗੁਰਬਾਣੀ ਦਾ ਪਾਵਨ ਪਵਿੱਤਰ ਬਚਨ ਹੈ, ਨਾਮ ਰਤੇ ਤੀਰਥ ਸੇ ਨਿਰਮਲ, ਜਿਹੜੇ ਨਾਮ ਵਿੱਚ ਰਤੇ ਹੋਏ ਹਨ, ਉਹ ਤੀਰਥ ਦੇ ਸਮਾਨ ਉਹਨਾਂ ਦਾ ਜੀਵਨ ਹੈ। ਕਿ ਐਸੇ ਰੱਬ ਦੇ ਭਗਤਾਂ ਦੇ ਨਿਰਮਲ ਜਿਹੜੇ ਦਰਸ਼ਨ ਹਨ, ਉਹਨਾਂ ਦੀ ਜਿਹੜੀ ਸੇਵਾ ਹੈ, ਨਾ ਕਹਿੰਦੇ ਸੇਵਾ ਕੀਤੀ, ਚੋਟੀ ਕਾਲ ਗਹੀ। ਅਤੇ ਜਦੋਂ ਕਹਿੰਦੇ ਅੰਤਲਾ ਸਮਾਂ ਆਇਆ ਕਿ ਜਮਾ ਨੇ ਕੀ ਕੀਤਾ, ਉੱਦਾਂ ਉਸ ਸਮੇਂ ਕਹਿੰਦੇ ਜਮਾ ਨੇ ਜਿਹੜੀ ਸਿਰ ਦੀ ਚੋਟੀ, ਭਾਵ ਸਿਰ ਦੇ ਉੱਪਰਲੇ ਕੇਸਾਂ ਤੋਂ ਪਕੜ ਕਰਕੇ ਤੇ ਇਸ ਸਰੀਰ ਨੂੰ ਲੈ ਜਾਣਾ ਕੀਤਾ। ਜਿਵੇਂ ਗੁਰਬਾਣੀ ਦੇ ਬਚਨ ਹਨ, ਜਬ ਜਮ ਆਏ ਕੇਸ ਗਹਿ ਪਟਕੇ, ਤਾਂ ਦਿਨ ਕਿਛ ਨਾ ਵਸਾਹੇਗਾ। ਜਦੋਂ ਜਮ ਆਏ ਕਹਿੰਦੇ ਕੇਸਾਂ ਤੋਂ ਫੜ ਕੇ ਪਟਕ ਕੇ ਮਾਰਿਆ, ਉਦੋਂ ਕਿਸੇ ਨੂੰ ਕੀ ਦੱਸੇਗਾ ਕਿ ਮੈਨੂੰ ਬਚਾ ਲਓ। ਉਸ ਸਮੇਂ ਕਿਸੇ ਨੇ ਤੇਰੀ ਕੋਈ ਸੁਣਨੀ ਨਹੀਂ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਬਚਨ ਕਰਦੇ, ਦਾਰਾ ਮੀਤ ਪੂਤ ਰਥ ਸੰਪਤ, ਧਰਮ ਪੂਰਨ ਸਭ ਮਹੀ। ਇਸਤਰੀ ਹੈ, ਮਿੱਤਰ ਹੈ, ਪੁੱਤਰ ਹੈ, ਧਨ ਪਦਾਰਥ ਹਨ, ਰਥ ਸੰਪਤੀ ਹੈ, ਇੱਥੋਂ ਤੱਕ ਕਿ ਧਰਤੀ ਦੇ ਵਿੱਚ ਬਹੁਤ ਭਾਰੀ, ਇੱਥੋਂ ਤੱਕ ਰਾਜ ਹੈ ਕਿ ਇੰਨੀ ਧਰਤੀ ਸਾਡੇ ਕੋਲ ਹੈ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨ ਆਉਂਦੇ ਨੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਰੀ ਬਿਧ, ਨਿਆਵਤ ਸੀਸ ਨਾ ਜਾਤ ਵਿਚਾਰੇ, ਇਤੇ ਭੈ ਤੋ ਕਹਾਂ ਪੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਹ ਸਭ ਕੁਝ ਹੈ, ਧਰਤੀ ਦਾ ਰਾਜ ਹੈ, ਇੰਨੀ ਧਰਤੀ ਮੇਰੇ ਕੋਲ ਹੈ। ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਅਵਰ ਸਗਲ, ਇਹ ਸਭ ਕੁਝ ਹੋਣ ਤੋਂ ਬਾਅਦ ਵਿੱਚ ਹੋਰ ਕਿੰਨਾ ਕੁਝ ਹੈ। ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਐਟਸਟਰਾ ਆਦਿ, ਭਾਵ ਕਿ ਹੋਰ ਕਿੰਨਾ ਕੁਝ ਹੈ। ਮਿਥਿਆ ਇਹ ਜਾਣੋ, ਇਹ ਸਭ ਕੁਝ ਮਿਥਿਹਾਸ ਹੈ, ਇੱਥੇ ਹੀ ਰਹਿਣ ਵਾਲਾ ਹੈ। ਇਹ ਸਭ ਕੁਝ ਸਾਡੇ ਨਾਲ ਜਾਣ ਵਾਲਾ ਨਹੀਂ, ਸਭ ਕੁਝ ਇੱਥੇ ਰਹਿ ਜਾਣਾ ਹੈ। ਨਾਲ ਕੀ ਜਾਣਾ ਹੈ, ਮਹਾਰਾਜ ਬਚਨ ਕਰਦੇ, ਭਜਨ ਰਾਮ ਕੋ ਸਹੀ। ਜਿਹੜਾ ਸਾਥੀ ਹੈ ਉਹ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਨਾਮ ਤੋਂ ਬਿਨਾਂ ਕੁਝ ਵੀ ਸਾਡੇ ਨਾਲ ਅੱਗੇ ਨਹੀਂ ਜਾਣਾ। ਅਗਲਾ ਬਚਨ ਕਰਦੇ ਮਹਾਰਾਜ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਫਿਰਤ ਫਿਰਤ
कि जदों तो संसार सृष्टि बनी है, ये संसार सृष्टि तो बाद युग बने ने, ये सब कुछ बनया है, कि उदों तो लैके साडे जून प्राप्त होंदी रही है, उदों तो सानू जन्म मिलता रहा है। उन्हां युगां दे विच भी जिहड़ियां जूनां मिलियां, भटकदे रहे, अखीर कहंदे शरीर थक गया, अक गया। बहुते युग हारिओ, बहुत युगां विच, भाव के चारे युगां विच वार वार जन्म मिलिया, वार वार असीं हार के इत्थे डिगदे रहे। इन्हां जूनां दे विच वार वार डिगदे रहे। कई जन्म पै कीट पतंगा, कई जन्म गज मीन कुरंगा। कुकरै सुकरै काकै सरपनै तुरखलै, ये सारियां जूनां विच वार वार आए। थक गए, अखीर कहंदे ये सवास निकल गए, इत्थे शरीर डिग पिया, तड़ा करके डिग पिया। बहुत जन्म तक इन्हां जन्मां दे विच फिरदे रहे। मानस देह लही, अज ये मनुखा जन्म मिलिया है। यही तेरी अवसर, यही तेरी बार कि ये जिहड़ा मनुखा जन्म मिलिया, इसे जन्म विच ही केवल ते केवल परमेश्वर वाहिगुरू दे सिमरन भगती करके परमेश्वर वाहिगुरू दे देश विच जाया जा सकता है। गुरबाणी के बचनों अनुसार सारी सृष्टि कायनात परमेश्वर वाहिगुरू नूं अपनी अपनी बोली विच सिमरदी है। जो बोलत है मृग मीन पंखेरू, जिन्ने भी मच्छी मिर्ग जिन्ने पंछी हैं, जिवें जिवें अपनी आवाज़ विच बोलते हैं, वो केवल ते केवल परमेश्वर वाहिगुरू का सिमरन करते हैं। पर मनुखा देही नूं सारियां जूनां दा सरदार आख्या है कि ये मनुख तूं परमेश्वर वाहिगुरू की बंदगी कर, ये तेनों शरीर जिहड़ा ये बहुत कीमत तार के लभा है। गुरबाणी के जिवें वचन हैं कि सेवा करके ते सिमरन करके ये जिहड़ी मनुखा देही ये प्राप्त हुई है। नानक कहत मिलन की बरिया, सिमरत कहा नहीं। सतगुरु गुरु नानक साहब जी महाराज, श्री गुरु तेग बहादुर साहब जी महाराज के पावन सुंदर ਸਰੂਪ ਰਾਹੀਂ ਇਹ ਬਚਨ ਕਰਦੇ ਹਨ। ਮਿਲਣ ਕੀ ਬਰੀਆ, ਬਰੀਆ ਕਹਿੰਦੇ ਉਹ ਵਾਰੀ, ਉਹ ਸਮਾਂ ਅੱਜ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ, ਪਰਮੇਸ਼ਰ ਦੇ ਸਿਮਰਨ ਨਾਲ, ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਪ ਕਰਨ ਦਾ ਇਹ ਮਨੁੱਖਾ ਦੇਹੀ ਵਿੱਚ ਇਹ ਸਮਾਂ ਹੈ। ਸਿਮਰਤ ਕਹਾ ਨਹੀਂ, ਕਿਉਂ ਨਹੀਂ ਤੂੰ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦਾ, क्यों नहीं तू परमेश्वर वाहिगुरू की बंदगी करदा। अज ये जिहड़ा तेरा समा है परमेश्वर वाहिगुरू के पावन शब्द नाल जुड़न दा, इस तो बिना होर कोई ऐसा समा नहीं कि जिहड़ा परमेश्वर वाहिगुरू के पावन शब्द नाल जुड़िया जा सके। केवल ते केवल ये मनुखा देही है कि परमेश्वर वाहिगुरू के पावन शब्द नाल जुड़िया जा सके। केवल यही एक जिहड़ा समा मनुखा देही विच ही है। सतगुरु जी कृपा करन, पावन शब्द की विचार करदियां होइयां भुलां की मुआफ़ी। गुरु के सिखां दे राही जो वड्डा उपराला किया गया है, सतगुरु जी सारे गुरसिख प्रचारक वीरां दे सिर ते हथ रखन, अपने दर दी सदा वास्ते असीस बख्शिश करन। जिहड़ा बचन कलगीधर पिता श्री गुरु गोबिंद सिंह साहब जी महाराज ने गुरु तेग बहादुर साहब जी महाराज के संबंध विच लिखिया है। तेग बहादुर सिमरिया कारनौन दे आवे धाए, सब थाई होए सहाय। गुरसिख जिहड़े प्रचारक वीर हैं, साहिब सतगुरु गुरु तेग बहादुर साहब जी महाराज का सिमरन करदियां उन्हां दा जीवन परमेश्वर के चरनां विच जुड़िया रहे। ते गुरु तेग बहादुर साहब जी का जिहड़ा सिमरन करदा है, 9 नीतियां जिहड़ियां ने वो उहदे घर विच धा के आ जांदियां ने। सतगुरु गुरु तेग बहादुर साहब जी महाराज उन्हां नूं ऐसे संसार रूपी समुंदर दे विचों विकारां दीयां छल्लां तो आप बचा लैण, अपने दर दी असीस बख्शिश करन, अपना मेर प्रयास रखन। होइयां भुलां दी मुआफ़ी। वाहिगुरू जी का खालसा, वाहिगुरू जी की